अस्सलाम स्टूडेंट्स, खुश आमदीद कहने ਤੁਹਾਨੂੰ ਆਪਣੇ ਚੈਨਲ ਮੈਂ ਤਾਂ ਗੁਰੂ ਤੇ ਅੱਜ ਇਹ ਆਪਣਾ ਸਵਾਲ ਨੰਬਰ 2 ਐਕਸਰਸਾਈਜ਼ ਸੀ ਆਪਣੀ 1.1 ਪਿਛਲੀ ਵੀਡੀਓ ਚ ਆਪਾਂ ਸਵਾਲ ਨੰਬਰ 1 ਕੀਤਾ ਸੀ। ਸਵਾਲ ਨੰਬਰ 2 ਜੀ 81/16 ਦੀ ਪਾਵਰ ਹੈ ਆਪਣੇ ਕੋਲ -3/4। ਸਭ ਤੋਂ ਪਹਿਲੇ ਤਾਂ ਆਪਾਂ ਇਹਦੀ ਜਿਹੜੀ ਫ੍ਰੈਕਸ਼ਨ ਹੈ ਉਹਨੂੰ ਚੇਂਜ ਕਰਨੇ 16/81 ਕਰਾਂਗੇ ਤੇ ਪਾਵਰ ਜਿਹੜੀ ਹੈ ਉਹ 3/4 ਹੋ ਜਾਏਗੀ ਜਮਾ ਦੇ ਵਿੱਚ। ਹੁਣ ਆਪਾਂ ਕੀ ਕਰਨੇ 16 ਤੇ 81 ਦੇ ਫੈਕਟਰ ਇਸ ਤਰੀਕੇ ਬਣਾਉਣੇ ਨੇ ਕਿ ਜਿਸ ਤਰ੍ਹਾਂ ਆਪਣੇ ਕੋਲ 3/4 ਹੈ ਥੱਲੇ ਜਿਹੜੇ 4 ਕੈਂਸਲ ਆਊਟ ਹੋ ਸਕੇ। ਆਪਾਂ ਕੀ ਕਰਨੇ 81 ਨੂੰ 3 ਤੇ ਤਕਸੀਮ ਕਰਨੇ 27 9 ਤੇ 3 ਆ ਚੁੱਕਾ ਯਾਨੀ 4 ਦਫਾ 3 ਆ ਗਿਆ 16 ਨੂੰ 2 ਤੇ ਕਰਾਂਗੇ ਤੇ 4 ਦਫਾ 2 8 4 2 ਤੇ 1 ਆਪਾਂ 2 ਨੂੰ 4 ਦਫਾ ਲਿਖ ਦਿੱਤਾ। ਉਸ ਤੋਂ ਬਾਅਦ 3 ਨੂੰ 4 ਦਫਾ ਲਿਖ ਦਿੱਤਾ। ਹੁਣ ਇਹ 2 ਦੀ ਪਾਵਰ ਵੀ 4 ਹੈ ਤੇ ਉਸ ਤੋਂ ਬਾਅਦ 3 ਦੀ ਪਾਵਰ ਵੀ 4 ਹੈ। 3/4 ਇਹ ਕੈਂਸਲ ਆਊਟ ਹੋ ਜਾਏਗੀ ਤੇ ਪਿੱਛੇ ਆਪਣੇ ਕੋਲ ਬਚੇਗਾ ਸਿਰਫ 2 ਦੀ ਪਾਵਰ 3 ਤੇ ਉਸ ਤੋਂ ਬਾਅਦ 3 ਦੀ ਪਾਵਰ 3 2 ਨੂੰ 3 ਦਫਾ ਲਿਖਾਂਗੇ 3 ਨੂੰ 3 ਦਫਾ ਤੇ ਇਹ ਆਪਣਾ 8/27 ਜਵਾਬ ਆ। ਨੈਕਸਟ ਇਨ ਦਾ ਪਾਰਟ ਨੰਬਰ 2 ਹੈ 3/4 ਦੀ ਪਾਵਰ -2 ਤਕਸੀਮ 4/9 ਦੀ ਪਾਵਰ 3 ਜ਼ਰਬ 16/27। ਆਪਾਂ ਹੁਣ ਕੀ ਕਰਾਂਗੇ ਜਿਹਦੀ ਆਪਣੇ ਕੋਲ ਇੱਥੇ ਪਾਵਰ -3 ਉਹਦੀ ਫ੍ਰੈਕਸ਼ਨ ਚੇਂਜ ਕਰਨ ਵਾਲੇ ਸੋਲੂਸ਼ਨ ਦੇ ਵਿੱਚ 3/4 ਦੀ ਬਜਾਏ 4/3 ਕਰਾਂਗੇ ਤੇ ਮੇਰੀ ਪਾਵਰ ਜਮਾ ਹੋ ਜਾਏਗੀ। ਜਾਂ ਫਿਰ ਇਹਨੂੰ ਅਗਰ ਆਪਾਂ ਵੈਸੇ ਹੀ ਹੱਲ ਕਰਨਾ ਚਾਹੀਏ ਤੇ 3 ਦੀ ਪਾਵਰ ਵੀ -2 ਹੈ ਤੇ 4 ਦੀ ਪਾਵਰ ਵੀ -2 ਵੈਸੇ ਵੀ ਲਿਖ ਸਕਦੇ ਹਾਂ। ਦੂਸਰੇ ਸਟੈਪ 'ਚ ਆਪਾਂ ਤਕਸੀਮ ਹੈ ਜਿਹੜੀ ਇਹਨੂੰ ਅਗਰ ਆਪਾਂ ਜ਼ਰਬ 'ਚ ਕਨਵਰਟ ਕਰੀਏ ਤੇ ਇਹਦਾ ਜਿਹੜਾ ਮੁਖਰਜ ਹੈ ਉੱਤੇ ਚਲਾ ਜਾਏਗਾ 9 ਤੇ ਸ਼ੁਮਾਰਕਨੀ ਦਾ ਥੱਲੇ ਆ ਜਾਏਗਾ ਪਾਵਰ ਸੇਮ ਹੀ ਰਹੇਗੀ। ਹੁਣ ਨੈਕਸਟ ਆਪਾਂ 3 ਨੂੰ 9 ਨੂੰ ਆਪਾਂ ਇਹਦੇ ਫੈਕਟਰ 3 ਜ਼ਰਬ 3 ਹੈ 3 ਦੀ ਪਾਵਰ 2 ਜਿਹਨੂੰ 3 ਹੈ ਉਹਦੇ 'ਚ ਸੋਲਵ ਕਰਾਂਗੇ ਤੇ 4 ਨੂੰ 2 ਜ਼ਰਬ 2 ਲਿਖ ਦਿਆਂਗੇ। ਉਸ ਤੋਂ ਬਾਅਦ 16 ਹੈ 16 ਕਿਉਂਕਿ ਪਿੱਛੇ ਵੀ ਆਪਾਂ ਫੈਕਟਰ 2 ਬਣਾਇਆ ਸੀ 16 ਨੂੰ ਆਪਾਂ 2 ਦੇ ਵਿੱਚ ਲਿਖਾਂਗੇ 2 ਜ਼ਰਬ 2 ਜ਼ਰਬ 2 ਜ਼ਰਬ 2 ਇਹ ਤਕਸੀਮ ਕੀਤਾ ਸਾਈਡ ਤੇ ਇਹਦੇ ਤਰਜੀ ਆਪਣੀ ਬਣ ਰਹੀ ਹੈ 16 ਨੂੰ 2 ਤੇ ਤਕਸੀਮ ਕਰਾਂਗੇ 8 ਨੂੰ 2 ਤੇ ਤਕਸੀਮ ਕਰਾਂਗੇ 4 ਨੂੰ 2 ਤੇ 2 ਯਾਨੀ 4 ਵਾਰੀ 2 2 ਆ ਜਾਏਗਾ। ਇਸੇ ਤਰ੍ਹਾਂ 27 ਦੀ ਜਗ੍ਹਾ ਤੇ 3 ਜ਼ਰਬ 3 ਜ਼ਰਬ 3 ਆ ਜਾਏਗਾ। ਹੁਣ ਆਪਾਂ ਪਾਵਰ ਥੱਲੇ 2 ਦੀ ਪਾਵਰ 2 ਕਿਉਂਕਿ 4 ਤੇ ਹੈਗਾ ਸੀ 2 ਜ਼ਰਬ 2 ਨਾਲ ਹੀ ਉੱਤੇ ਪਾਵਰ ਇਹਦੀ -2 ਵੀ ਹੈ 3 ਦੀ ਪਾਵਰ -2 ਆ ਗਈ। ਇੱਥੇ 3 ਦੀ ਪਾਵਰ 2 ਜ਼ਰਬ 6 ਵੀ ਹੈ ਤੇ 2 ਦੀ ਪਾਵਰ 2 ਜ਼ਰਬ ਨਾਲ 3 ਜਿਹੜਾ ਇਹ ਵੀ 6 ਬਣ ਜਾਏਗਾ ਯਾਨੀ ਉੱਤੇ ਆਪਣੇ ਕੋਲ 3 ਦੀ ਪਾਵਰ 2 ਜ਼ਰਬ 3 ਥੱਲੇ 2 ਦੀ ਪਾਵਰ 2 ਜ਼ਰਬ 3 ਹੈ ਇੱਧਰ 2 ਦੀ ਪਾਵਰ 4 3 ਦੀ ਪਾਵਰ 3 ਹੈ। ਹੁਣ ਆਪਾਂ ਕੀ ਕਰਨੇ ਸਾਰੀ ਵੈਲਿਊਜ਼ ਨੇ ਇੱਕ ਜਗ੍ਹਾ ਤੇ ਇਕੱਠਾ ਕਰ ਲੈਣੇ। ਆਪਾਂ ਪਾਵਰ ਰੂਲ ਪੜਿਆ ਹੋਇਆ ਸੇਮ ਸਟੈਪ ਨੈਕਸਟ ਸਟੈਪ ਤੇ ਆਪਾਂ ਕੀ ਕਰਾਂਗੇ 3 ਦੀ ਪਾਵਰ ਇਹ -2 ਉਸ ਤੋਂ ਬਾਅਦ ਜਮਾ ਦਾ 6 ਤੇ ਇਹ ਥੱਲੇ 3 ਹੈਗੀ ਸੀ ਪਾਵਰ ਉੱਤੇ ਜਾ ਕੇ ਮਾਈਨਸ ਹੋ ਜਾਏਗੀ ਇਹ ਬਣੇਗੀ -2 ਜਮਾ 6 -3 ਜ਼ਰਬ 2 ਨੂੰ ਹੀ ਆਪਾਂ ਦੇਖਿਆ ਆਪਣੇ ਕੋਲ 4 ਦਫਾ ਹੈਗਾ 3 ਦਫਾ 2 ਦੀ ਪਾਵਰ 4 ਉਸ ਤੋਂ ਬਾਅਦ -4 ਉੱਤੇ ਜਾ ਕੇ ਜਮਾ 4 ਤੇ ਇਹ ਜਿਹੜਾ 2 ਜ਼ਰਬ 3 6 ਆਇਆ ਸੀ ਇਹ -6 ਉੱਪਰ ਜਾ ਕੇ ਬਣ ਜਾਏਗਾ ਕਿਉਂਕਿ ਥੱਲੇ ਇਹ ਜਮਾ ਸੀ। ਨੈਕਸਟ ਸੋਲਵ ਕਰਾਂਗੇ -2 -3 -5 ਜਮਾ ਦਾ 6 यानी कि खाली 3 आ गया या 3 की पावर 1। उस तो बाद इधर 2 की पावर 4 ते 4 8 -2 6 करांगे तो 2 की पावर 2 आ जाएगी 3 ਜ਼ਰਬ 2 की पावर 2 2 ਜ਼ਰਬ 2 4 ਜ਼ਰਬ 3 ਇਹ 12 ਆਪਣੇ ਕੋਲ ਇਹਦਾ ਸੋਲੂਸ਼ਨ ਆ ਚੁੱਕਾ ਹੈ। ਨੈਕਸਟ ਹੈ ਸਟੂਡੈਂਟ ਜੋ ਨੰਬਰ 3 ਇਸ ਜਰਾ ਥੋੜਾ ਡਿਫਰੈਂਸ ਜਿਹਾ ਹੈ ਇਹਦੇ ਵਿੱਚ ਕੀ ਆਪਣੇ ਕੋਲ ਡੈਸੀਮਲ ਵਾਲੀ ਵੈਲਿਊ ਨਾਲ ਪਾਵਰ ਹੋਈ -6 ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਡੈਸੀਮਲ ਖਤਮ ਕਰਨਾ ਆਉਣਾ ਚਾਹੀਦਾ। ਡੈਸੀਮਲ ਨੂੰ ਖਤਮ ਕਰਨ ਵਾਸਤੇ ਆਪਾਂ ਕੀ ਕਰਨਾ ਹੈ ਜਿੱਥੇ ਆਪਣੇ ਕੋਲ ਡੈਸੀਮਲ ਯਾਨੀ ਇਸ਼ਾਰੀਆ ਆਉਂਦਾ ਸੇਮ ਬਟੇ ਦੇ ਥੱਲੇ ਆਪਾਂ 1 ਲਿਖ ਦਿੰਦੇ ਹਾਂ। ਡੈਸੀਮਲ ਤੋਂ ਰਾਈਟ ਸਾਈਡ ਤੇ ਇਸ਼ਾਰੀਆ ਤੋਂ ਸੱਜੀ ਸਾਈਡ ਤੇ ਜਿੰਨੀ ਵੀ ਵੈਲਿਊਜ਼ ਆਉਂਦੀਆਂ ਨੇ 1 2 ਤੇ 3 ਆ ਰਹੀਆਂ ਥੱਲੇ ਆਪਾਂ 3 ਸਿਫਰ ਲਗਾ ਦੇंगे ਉੱਤੇ ਹੁਣ ਇਸ਼ਾਰੀਆ ਖਤਮ ਹੋ ਚੁੱਕਾ ਹੈ ਤੇ ਗੈਰ ਸਿਫਰ ਹਿੰਸਾ ਆਪਣੇ ਕੋਲ ਆ ਚੁੱਕਾ ਹੈ 27 ਯਾਨੀ 27/1000 ਇਹ ਪਾਵਰ ਇਹਦੀ ਆਪਣੇ ਕੋਲ -6 ਜਿਵੇਂ ਆਪਾਂ 1000 ਨੂੰ ਉੱਤੇ ਲੈ ਕੇ ਜਾਵਾਂਗੇ 27 ਨੂੰ ਥੱਲੇ ਯਾਨੀ ਫ੍ਰੈਕਸ਼ਨ ਨੂੰ ਉਲਟਾਵਾਂਗੇ ਪਾਵਰ ਜਮਾ ਹੋ ਜਾਏਗੀ। ਹੁਣ ਆਪਾਂ ਕੀ ਕਰਨਾ ਹੈ ਜਿਹੜਾ 1000 ਤੇ 27 ਇਹਨਾਂ ਦੇ ਫੈਕਟਰਸ ਨਿਕਾਲਨੇ ਹੈ। ਫੈਕਟਰਸ ਕੀ ਹੋਣੇ ਚਾਹੀਦੇ ਨੇ ਇਹਨੂੰ ਆਪਾਂ 10 ਪਾਵਰ 3 ਦੇ ਵਿੱਚ ਲੈ ਕੇ ਆਉਣਾ ਕਿਉਂਕਿ ਆਪਾਂ ਅਗਰ ਗੌਰ ਕਰੀਏ ਤੇ ਜਿਹੜੀ ਆਲਰੇਡੀ ਪਾਵਰ ਫ੍ਰੈਕਸ਼ਨ ਦੇ ਵਿੱਚ 3 ਆ ਰਿਹਾ ਡਿਨੋਮੀਨੇਟਰ 'ਚ 3 ਕੈਂਸਲ ਆਊਟ ਹੋ ਸਕੇ। ਇਹ ਹੁਣ 1000 ਨੂੰ ਆਪਾਂ ਕਰੀਏ ਹੋਰ ਵੀ ਫੈਕਟਰਸ ਨੇ ਲੇਕਿਨ ਆਪਾਂ 3 ਦੇ ਵਿੱਚ ਲਾਵਾਂਗੇ ਤੇ ਕੀ ਹੋਏਗਾ 10 ਤੇ ਤਕਸੀਮ ਕਰਾਂਗੇ 100 ਫਿਰ 10 ਤੇ 10 ਤੇ ਆਪਣੇ ਕੋਲ 3 ਦਫਾ 10 10 3 ਦਫਾ 10 ਆ ਚੁੱਕੇ 27 ਵੀ ਇਸੇ ਤਰ੍ਹਾਂ 3 ਤੇ ਕਰਾਂਗੇ 3 ਤੀਆ 9 9 ਤੀਆ 27
3 ਦਫਾ 3 ਆ ਗਿਆ, 10 ਦੀ ਪਾਵਰ ਵੀ 3 ਤੇ 3 ਦੀ ਪਾਵਰ ਵੀ 3। ਨੈਕਸਟ ਸੋਲਵ ਕਰਾਂਗੇ, 3 3 ਕੈਂਸਲ ਆਊਟ ਹੋ ਜਾਏਗਾ। ਕੋਈ ਜਵਾਬ ਆ ਚੁੱਕੇ ਜੋ 4। ਇੱਥੇ ਆਪਣੇ ਕੋਲ ਜ਼ਰਾ x y ਤੇ z ਦੇ ਵਿੱਚ ਟਰਮਸ ਹੈਗੀਆਂ ਨੇ ਇਹਨਾਂ ਦੀ ਪਾਵਰ। ਤੇ ਨਿਊਮੀਨੇਟਰ ਵਿੱਚ ਡਿਨੋਮੀਨੇਟਰ ਚ ਇਹਨਾਂ ਦਾ ਜਜ਼ਰ 7 ਆ ਰਿਹਾ, 7 ਜਜ਼ਰ 7। ਆਪਾਂ ਕੀ ਕਰਨੇ ਦੇ ਫੈਕਟਰਸ ਨਿਕਾਲਾਂਗੇ ਕਿੰਦੇ ਵਿੱਚ ਇਹ 7ਵਾਂ ਦਾ ਜਜ਼ਰ ਇਹਦਾ ਮਤਲਬ 1/7 ਆ ਰਿਹਾ ਜਜ਼ਰ ਨੂੰ ਜਦੋਂ ਆਪਾਂ ਮੁਕਾਬਲੇ ਦੇ ਵਿੱਚ ਲੈ ਕੇ ਆਉਂਦੇ। ਤੇ ਇਹ ਵੀ ਆਪਣੇ ਕੋਲ 7 ਦੇ ਆਲਰੇਡੀ ਅਗਰ ਗੌਰ ਕਰੀਏ ਤੇ ਆਪਣੇ ਕੋਲ ਫੈਕਟਰ ਹੈਗੇ ਨੇ, ਯਾਨੀ 7 2 14 ਇਹਦਾ ਮਲਟੀਪਲ ਆ ਰਿਹਾ 14 ਵੀ। ਉਸ ਤੋਂ ਬਾਅਦ 21 ਹੈ। ਹੁਣ ਆਪਾਂ ਕੀ ਕਰਨੇ ਆ, ਇਹ y ਆਪਣੇ ਕੋਲ ਦੋ ਜਗ੍ਹਾ ਤੇ ਹੈ, z ਵੀ ਦੋ ਜਗ੍ਹਾ ਤੇ। ਸਭ ਤੋਂ ਪਹਿਲੇ ਤਾਂ ਪਾਵਰਾਂ ਨੂੰ ਆਪਾਂ ਸੋਲਵ ਕਰਨੇ ਇੱਕ ਜਗ੍ਹਾ ਤੇ ਲੈ ਕੇ ਜਾਂਦੇ ਆ ਤਾਂ ਕਿ ਵੈਲਿਊ ਸਿੰਗਲ ਹੋਏ, ਬਾਰ-ਬਾਰ ਆਪਾਂ ਨੂੰ ਸੋਲਵ ਨਾ ਕਰਨਾ ਪਏ। 14 ਹੈ, x ਕੱਲਾ ਹੀ ਹੈ, ਕਿੱਥੇ ਰਹੇਗਾ। ਉਸ ਤੋਂ ਬਾਅਦ y 21 ਹੈ, ਥੱਲੇ 14, ਥੱਲੇ ਵਾਲੀ ਵੈਲਿਊ ਛੋਟੀ ਨੂੰ ਉੱਤੇ ਜਾ ਕੇ ਮਾਈਨਸ ਕਰ ਦੇंगे। 21 - 14 y ਸਿੰਗਲ ਹੋ ਗਈ ਤੇ 21 - 14 y ਦੀ ਪਾਵਰ 7 ਆ ਗਿਆ। ਉਸ ਤੋਂ ਬਾਅਦ z ਉੱਤੇ 35 ਹੈ, ਥੱਲੇ 7 ਹੈ, ਥੱਲੇ ਵਾਲਾ 7 ਉੱਤੇ ਜਾ ਕੇ ਮਾਈਨਸ ਹੋਏਗਾ, 28 ਆ ਗਿਆ, ਪਾਵਰ 1/7 ਆ ਗਈ ਜਦੋਂ ਐਕਸਪੈਂਡ ਕੀਤਾ ਤੇ। ਉਸ ਤੋਂ ਬਾਅਦ 1/7 ਨੂੰ ਤਿੰਨੋਂ ਵੈਲਿਊਜ਼ ਮੈਂ ਸਿਰਫ ਦਿੱਤਾ, 7 2 14, 7 1 7 ਤੇ 7 4 28। f ਦੀ ਪਾਵਰ 2 y ਸਿੰਗਲ ਤੇ z ਦੀ ਪਾਵਰ 4 ਸੋਲਵ ਹੋ ਗਿਆ। ਪੰਜਵਾਂ ਜੋ ਹੋਏਗੀ 5 × 25 ਦੀ ਪਾਵਰ n ਜਮਾ ਉੱਪਰ ਮਾਈਨਸ 25 ਡਾਟ ਡਾਟ ਮੀਨ ਮਲਟੀਪਲਾਈ 5 ਦੀ ਪਾਵਰ 2 n ਥੱਲੇ 5 ਜ਼ਰਬ 5 ਦੀ ਪਾਵਰ 2 n ਜਮਾ 3 ਮਾਈਨਸ 25 ਦੀ ਪਾਵਰ n ਜਮਾ 1। ਸਭ ਤੋਂ ਪਹਿਲੇ ਜਿਹੜਾ 25 ਨੂੰ ਆਪਾਂ 5 ਚ ਕਨਵਰਟ ਕਰਾਂਗੇ। 5 ਜ਼ਰਬ 5 ਯਾਨੀ 5 ਦੀ ਪਾਵਰ 2, ਉੱਤੇ ਪਾਵਰ ਇੱਕ ਹੋਰ ਵੀ n ਜਮਾ 1। ਆਪਾਂ ਪਿੱਛੇ ਪਾਵਰ ਰੂਲ ਪੜ੍ਹ ਚੁੱਕੇ ਹਾਂ, ਲਾ ਆਫ ਇੰਡੈਕਸਿਸ। ਇਹ ਆਪਸ ਚ ਮਲਟੀਪਲਾਈ ਹੋ ਰਹੀਆਂ ਨੇ ਪਾਵਰ। ਉਸ ਤੋਂ ਬਾਅਦ ਇਹ 25 ਨੂੰ 5 ਔਰ 5 ਦੇਖ ਲਿਆ ਤੇ ਇਹ 5 ਦੀ ਪਾਵਰ 2 n ਜਿਸ ਵੈਸੇ ਲਿਖ ਦਿੱਤਾ ਥੱਲੇ। ਇਹ ਪਾਵਰ ਨੂੰ ਸਿੰਪਲ ਲਿਖ ਦਿੱਤਾ, 5 ਦੀ ਪਾਵਰ 2 n ਜਮਾ 3 ਨਾਲ 5 ਰਗੋੜ। ਉਸ ਤੋਂ ਬਾਅਦ ਇਹ 25 ਨੂੰ ਫਿਰ 5 ਜ਼ਰਬ 5 ਦੀ ਪਾਵਰ n ਜਮਾ 1। ਨੈਕਸਟ ਸੋਲਵ ਕਰਨੇ 5 ਦੀ ਪਾਵਰ 1 ਜ਼ਰਬ 5 ਦੀ ਪਾਵਰ 2 n ਜਮਾ 2, 2 ਅੰਦਰ n ਜਮਾ 1 ਨਜ਼ਰ ਹੋਇਆ ਸੀ। ਉਸ ਤੋਂ ਬਾਅਦ 5 ਦੀ ਪਾਵਰ 2 n ਜਮਾ 5 ਜ਼ਰਬ 5 ਦੀ ਪਾਵਰ 2 ਥੱਲੇ ਆ ਗਿਆ 5 ਦੀ ਪਾਵਰ 1 ਤੇ ਅਗੇਨ ਪਾਵਰ ਲਿਖੀ। ਇਹਦੇ ਜੋ ਆਪਾਂ ਇੱਕ ਜਿਹੜਾ 3 ਹੈਗੀ ਸੀ ਉਹਨੂੰ ਜ਼ਰਾ ਸੈਪਰੇਟ ਕਰ ਲਿਆ। ਜਿਸ ਤਰ੍ਹਾਂ ਇਹ ਨਾਲ ਮਲਟੀਪਲਾਈ ਹੁੰਦਾ ਪਾਵਰ 2 ਹੁੰਦੀ ਹੈ, ਉਹ ਪਾਵਰ 2 ਨੂੰ ਆਪਾਂ ਸੈਪਰੇਟ ਵੀ ਲਿਖ ਸਕਦੇ ਹਾਂ। ਜਿਸ ਤਰ੍ਹਾਂ a ਦੀ ਪਾਵਰ 2 ਇਹਨੂੰ ਸੈਪਰੇਟ ਲਿਖੀ ਹੈ ਤੇ a ਦੀ ਪਾਵਰ 1 ਜ਼ਰਾ b ਦੀ ਪਾਵਰ 1। ਇਸੇ ਤਰ੍ਹਾਂ ਆਪਾਂ ਇੱਥੇ ਕੀਤਾ 5 ਦੀ ਪਾਵਰ 2 ਇਹਨੇ ਜਮਾ 3 ਸੀ ਤੇ 2 ਲਿਖਾ ਰਹਿਣ ਦਿੱਤਾ। ਇੱਕ ਜਿਹੜਾ ਹੈਗਾ ਸੀ 5 ਦੀ ਪਾਵਰ 1 ਨੂੰ ਜ਼ਰਾ ਸੈਪਰੇਟ ਕਰ ਦਿੱਤਾ ਤੇ ਉਹ ਜਦੋਂ ਸੈਪਰੇਟ ਹੁੰਦਾ ਇਹਦੇ ਨਾਲ ਮਲਟੀਪਲਾਈ ਹੁੰਦਾ। ਇੱਥੇ ਹੁਣ 5 ਦੀ ਪਾਵਰ 1 ਤੇ 5 ਦੀ ਪਾਵਰ 1 ਇਹ 2 ਬਣ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਕੀਤਾ ਕਿਉਂ, ਕਿਉਂਕਿ ਆਪਾਂ ਕਾਮਨ ਲੈਣਾ ਸੀ 5 ਦੀ ਪਾਵਰ 2 n ਜਮਾ 2 ਉੱਤੇ ਵੀ ਸੀ ਥੱਲੇ ਵੀ, ਤਾਂ ਕਿ ਕੈਂਸਲ ਆਊਟ ਕਰ ਸਕੋ। ਉਸ ਤੋਂ ਬਾਅਦ ਇਹ 5 ਦੀ ਪਾਵਰ 2 ਇਹ 5 ਦੀ ਪਾਵਰ 2 n ਜ਼ਰਬ ਹੋਏਗਾ ਤੇ 2 ਇੱਥੇ ਜਮਾ ਹੋ ਜਾਏਗਾ। ਇਹ 5 ਸਿਰਫ ਇੱਕ ਹੀ ਰਹਿ ਜਾਏਗਾ, ਲਾ ਆਫ ਇੰਡੈਕਸਿਸ ਚ ਆਪਾਂ ਪੜਿਆ ਸੀ। ਨੈਕਸਟ 5 ਦੀ ਪਾਵਰ 2 n ਜਮਾ 2, 2 n ਜਮਾ 2, 2 n ਜਮਾ 2 ਚਾਰੋਂ ਸਾਈਡਾਂ ਤੇ ਆ ਗਏ। ਥੱਲੇ ਵੀ ਕਾਮਨ ਲਿਆ, ਉੱਤੇ ਵੀ ਕਾਮਨ ਲੈ ਕੇ ਹਟ ਕੇ ਕੈਂਸਲ ਆਊਟ ਕਰ ਦਿਆਂਗੇ ਤੇ ਉੱਤੇ ਸਿਰਫ ਇਹ 5 ਬਚਾ ਤੇ ਇਹ ਜਦੋਂ ਬਾਹਰ ਜਾਏਗਾ ਕਾਮਨ ਇੱਥੇ ਸਿਰਫ ਇੱਕ ਬਚ ਜਾਏਗਾ। ਬੇਸਿਕਲੀ ਇਹ ਆਪਾਂ ਤਕਸੀਮ ਕਰ ਰਹੇ ਹੁੰਦੇ 5 ਦੀ ਪਾਵਰ 2 n ਜਮਾ 2 ਤੇ n ਵੀ ਜੇ ਤਕਸੀਮ ਹੁੰਦਾ ਤੇ ਆਪਾਂ ਜਿਸ ਤਰ੍ਹਾਂ 2/2 ਨੂੰ ਕੈਂਸਲ ਆਊਟ ਕਰੀਏ ਤੇ ਉੱਥੇ 0 ਦੀ ਬਜਾਏ 1 ਬਚਦਾ, 2 1 2 ਜਿਸ ਤਰ੍ਹਾਂ ਆਪਾਂ ਕਹਿੰਦੇ, ਇਸੇ ਤਰ੍ਹਾਂ ਇੱਥੇ ਵੀ 1 ਬਚ ਜਾਏਗਾ। ਥੱਲੇ 25 ਬਚ ਗਿਆ ਸੀ ਤੇ ਇੱਧਰ 1 ਬਚੇਗਾ ਅਗੇਨ। ਇਹ 4 ਆ ਗਿਆ, 5 - 1 25 - 1 24 ਆ ਗਿਆ, 4 1 4 6 4 24 1/6 ਆ ਚੁੱਕਾ ਆਪਣੇ ਕੋਲ।